ਓਮ ਸ਼ਾਂਤੀ। ਅੱਜ 12/9/2023 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ, ਤੁਹਾਨੂੰ 100% ਸਰਵ ਗੁਣਾਂ ਵਿੱਚ ਸੰਪੰਨ ਬਣਨਾ ਹੈ। ਦਿਲ ਦਰਪਣ ਵਿੱਚ ਵੇਖਣਾ ਹੈ ਕਿ ਅਸੀਂ ਕਿੱਥੋਂ ਤੱਕ ਪਾਵਨ ਬਣੇ ਹਾਂ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਤੁਸੀਂ ਬੱਚੇ ਕਿਹੜਾ ਉਤਸਵ ਰੋਜ਼ ਮਨਾਉਂਦੇ ਹੈ ਅਤੇ ਮਨੁੱਖ ਕਿਹੜਾ ਉਤਸਵ ਮਨਾਉਂਦੇ ਹੈ? ਅੱਜ ਬਾਬਾ ਦਾ ਉੱਤਰ ਹੈ, ਤੁਸੀਂ ਦੇਵੀ ਧਰਮ ਦੀ ਸਥਾਪਨਾ ਦਾ ਮਤਲਬ ਭਾਰਤ ਨੂੰ ਸਵਰਗ ਬਣਾਉਣ ਦਾ ਉਤਸਵ ਰੋਜ਼ ਮਨਾਉਂਦੇ ਹੈ। ਰੋਜ਼ ਤੁਹਾਨੂੰ ਮਨੁੱਖ ਤੋਂ ਦੇਵਤਾ ਬਣਾਉਣ ਦੀ ਸੈਪਲਿੰਗ ਲਗਾਉਣੀ ਹੈ। ਉਹ ਮਨੁੱਖਤਾ ਜੰਗਲ ਤੇ ਕੰਡਿਆਂ ਦੀ ਸੈਪਲਿੰਗ ਲਗਾਉਂਦੇ ਹੈ ਅਤੇ ਨਾਮ ਦਿੰਦੇ ਹੈ ਬਨੋ ਉਤਸਵ। ਤੁਸੀਂ ਕੰਡਿਆਂ ਨੂੰ ਫੁੱਲ ਬਣਾਉਣ ਦਾ ਉਤਸਵ ਰੋਜ਼ ਮਨਾਉਂਦੇ ਹੋ। ਤੁਹਾਡੇ ਵਰਗਾ ਉਤਸਵ ਹੋਰ ਕੋਈ ਮਨਾ ਨਹੀਂ ਸਕਦਾ। ਗੀਤ ਹੈ, ਮੁਕੜਾ ਵੇਖ ਲੈ ਪ੍ਰਾਣੀ ਜਰਾ ਦਰਪਨ ਮੇ। ਓਮ ਸ਼ਾਂਤੀ। ਇਹ ਕਿਸਨੇ ਕਿਹਾ? ਇੱਥੇ ਤੇ ਹੈ ਹੀ ਬਾਪ ਅਤੇ ਬੱਚਿਆਂ ਦਾ ਸਨਮੁਖ ਮਿਲਨ। ਬੱਚਿਆਂ ਨੂੰ ਹੁਣ ਦਿਵਯ ਚਕਸ਼ੂ ਗਿਆਨ ਦਾ ਤੀਸਰਾ ਨੇਤਰ ਮਿਲਿਆ ਹੈ ਵੇਖਣ ਦੇ ਲਈ, ਕਿਉਂਕਿ ਪਾਤਿਤ ਅਤੇ ਪਾਪ ਆਤਮਾਵਾਂ ਦਾ ਸਭ ਹੈ। ਪਾਤਿਤਾਂ ਨੂੰ ਪਾਵਨ ਬਣਾਉਣ ਦੇ ਲਈ ਬਾਪ ਸ਼੍ਰੀਮਤ ਦਿੰਦੇ ਹੈ। ਇਹ ਸ਼੍ਰੀਮਤ ਦੇਣ ਵਾਲਾ ਕੌਣ ਹੈ? ਉਹਨਾਂ ਨੂੰ ਵੀ ਸਮਝਾਉਣਾ ਚਾਹੀਦਾ ਹੈ। ਉਹ ਹੀ ਬੋਲਦੇ ਹੈ ਆਤਮਾਵਾਂ ਨੂੰ। ਆਤਮਾ ਜਾਣਦੀ ਹੈ ਮੈਂ ਇਸ ਸਰੀਰ ਨਾਲ ਚੰਗੇ ਕਰਮ ਕੀਤੇ ਹੈ ਜਾਂ ਬੁਰੇ ਕਰਮ ਕੀਤੇ ਹੈ। ਬਾਬਾ, ਤੁਸੀਂ ਬੱਚਿਆਂ ਨੂੰ ਸਮਝ ਦਿੰਦੇ ਹੈ। ਇਹ ਤਾਂ ਜ਼ਰੂਰ ਹੈ ਸਭ ਪਾਤਿਤ ਹੈ। ਹੁਣ ਤੁਸੀਂ ਵੇਖੋ ਅਸੀਂ ਕਿੱਥੋਂ ਤੱਕ ਪਾਵਨ ਬਣੇ ਹਾਂ ਅਤੇ ਦੇਵੀ ਗੁਣ ਧਾਰਨ ਕੀਤੇ ਹੈ। ਦੇਵੀ ਗੁਣ ਧਾਰਨ ਕਰਾਉਣ ਵਾਲਾ ਹੈ ਸਰਬ ਗੁਣ ਦਾ ਸਾਗਰ। ਉਹ ਬੈਠ ਸਮਝਾਉਂਦੇ ਹੈ। ਮਨੁੱਖਤਾ ਗਾਉਂਦੇ ਹੈ, ਮੂੰਜ ਗੁਣ ਹਾਰੇ ਵਿੱਚ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਹੀਂ। ਖੁਦ ਕਹਿੰਦੇ ਹੈ ਸਾਡੇ ਵਿੱਚ ਗੁਣ ਨਹੀਂ ਹੈ। ਹੁਣ ਤੁਸੀਂ ਬੱਚਿਆਂ ਨੂੰ ਫਿਰ 100% ਸਰਬ ਗੁਣ ਸੰਪੰਨ ਬਣਨਾ ਹੈ। ਕਹਿੰਦੇ ਹੈ ਆਪਣੇ ਦਿਲ ਦਰਪਣ ਵਿੱਚ ਵੇਖੋ। ਜਦੋਂ ਸਰਵ ਗੁਣ ਸੰਪੰਨ ਬਣੋਗੇ ਤਾਂ ਹੀ ਤੁਸੀਂ ਸ਼੍ਰੀ ਲక్ష్ਮੀ ਅਤੇ ਸ਼੍ਰੀ ਨਾਰਾਇਣ ਨੂੰ ਵਰ ਸਕੋਗੇ। ਪਹਿਲੇ ਤਾਂ ਬਾਪ ਦਾ ਪਰਿਚੈ ਦੇਣਾ ਚਾਹੀਦਾ ਹੈ। ਅਜਿਹਾ ਜੋ ਬੇਹੱਦ ਦਾ ਬਾਪ ਹੈ, ਜਿਸ ਦੇ ਲਈ ਗਾਉਂਦੇ ਹੈ ਤੁਸੀਂ ਮਾਤ ਪਿਤਾ ਹਮ ਬਾਲਕ ਤੇਰੇ। ਉਸ ਪਰਮ ਪਿਤਾ ਪਰਮਾਤਮਾ ਦੀ ਬੜੀ ਮਹਿਮਾ ਹੈ। ਕਹਿੰਦੇ ਹੈ ਸ਼ਿਵਾਏ ਨਮਾ। ਹੁਣ ਉਹ ਤਾਂ ਸਵਰਗ ਦਾ ਰਚయిਤਾ ਹੈ। ਜ਼ਰੂਰ ਸਾਨੂੰ ਬਾਪ ਤੋਂ ਸਵਰਗ ਦਾ ਵਰਸਾ ਲੈਣ ਦਾ ਹੱਕ ਹੈ। ਬੇਹੱਦ ਦੇ ਬਾਪ ਦਾ ਵਰਸਾ ਸਵਰਗ ਦੀ ਬਾਦਸ਼ਾਹੀ ਹੈ ਜੋ ਸਾਨੂੰ ਦਿੰਦੇ ਹੈ। ਭਾਰਤ ਨੂੰ ਸਵਰਗ ਦੀ ਬਾਦਸ਼ਾਹੀ ਸੀ, ਹੁਣ ਨਹੀਂ ਹੈ। ਜ਼ਰੂਰ ਬਾਪ ਤੋਂ ਹੀ ਮਿਲੀ ਹੈ। ਭਾਰਤ ਹੀ ਸੱਚਖੰਡ ਬਣਦਾ ਹੈ। ਸੱਚ ਸ਼ਿਵ ਬਾਬਾ ਦਾ ਇਹ ਜਨਮ ਸਥਾਨ ਹੈ। ਇਹ ਕੋਈ ਨਹੀਂ ਜਾਣਦੇ। ਸ਼ਿਵਰਾਤਰੀ ਗਾਈ ਜਾਂਦੀ ਹੈ। ਉਹ ਕਿਹੜੀ? ਸ਼੍ਰੀ ਕ੍ਰਿਸ਼ਨ ਦੀ ਵੀ ਰਾਤਰੀ ਸ਼ਿਵ ਦੀ ਵੀ ਰਾਤਰੀ ਵਿਖਾਉਂਦੇ ਹੈ। ਸ਼੍ਰੀ ਕ੍ਰਿਸ਼ਨ ਦਾ ਤੇ ਮਾਂ ਦੇ ਗਰਭ ਤੋਂ ਜਨਮ ਹੋਇਆ ਹੈ। ਸ਼ਿਵ ਬਾਬਾ ਦੇ ਲਈ ਜਨਮ ਅਸ਼ਟਮੀ ਦਾ ਅਸਲ ਵਿੱਚ ਨਹੀਂ ਕਹਾਂਗੇ। ਸ਼ਿਵ ਬਾਬਾ ਆਉਂਦੇ ਹੀ ਉਦੋਂ ਹੈ ਜਦੋਂ ਬ੍ਰਹਮਾ ਦੀ ਰਾਤ ਹੁੰਦੀ ਹੈ। ਰਾਤ ਤੇ ਬਾਅਦ ਦਿਨ ਮਤਲਬ ਕਲਯੁਗ ਦਾ ਅੰਤ ਅਤੇ ਸਤਯੁਗ ਦੀ ਆਦਿ ਹੁੰਦੀ ਹੈ। ਇਸ ਨੂੰ ਕਿਹਾ ਜਾਂਦਾ ਹੈ ਘੋਰ ਹਨੇਰੀ ਰਾਤ। ਇਹ ਬੇਹੱਦ ਦੀ ਗੱਲ ਹੋ ਗਈ। ਹੱਦ ਦੀ ਰਾਤ ਤੇ ਹੁੰਦੀ ਹੀ ਹੈ, ਪਰੰਤੂ ਕਲਯੁਗ ਅੰਤ ਨੂੰ ਘੋਰ ਹਨੇਰਾ ਕਿਹਾ ਜਾਂਦਾ ਹੈ। ਗਿਆਨ ਅੰਜਨ ਸਤਿਗੁਰੂ ਦਿੱਤਾ। ਸਤਿਗੁਰੂ ਗਿਆਨ ਸੂਰਜ ਬਾਪ ਨੂੰ ਕਿਹਾ ਜਾਂਦਾ ਹੈ। ਪਹਿਲੇ ਤਾਂ ਬਾਪ ਅਤੇ ਵਰਸੇ ਦਾ ਪਰਿਚੈ ਦੇਣਾ ਹੈ। ਸਮਝੋ ਕੋਈ ਬਾਦਸ਼ਾਹ ਨੂੰ ਬੱਚਾ ਹੈ ਨਹੀਂ ਹੈ, ਕਿਸੇ ਗਰੀਬ ਦੇ ਬੱਚੇ ਨੂੰ ਗੋਦ ਵਿੱਚ ਲੈਂਦਾ ਹੈ ਤਾਂ ਬੱਚਾ ਦਿਲ ਵਿੱਚ ਜਾਣਦਾ ਹੈ ਨਾ ਕਿ ਮੈਂ ਗਰੀਬ ਸੀ, ਹੁਣ ਮੈਂ ਬਾਦਸ਼ਾਹ ਦਾ ਬੱਚਾ ਹਾਂ। ਤੁਸੀਂ ਵੀ ਜਾਣਦੇ ਹੋ ਅਸੀਂ ਰਾਵਣ ਦੇ ਬਣਨ ਨਾਲ ਬਹੁਤ ਗਰੀਬ ਕੰਗਾਲ ਬਣ ਗਏ ਸੀ। ਹੁਣ ਅਸੀਂ ਬੇਹੱਦ ਦੇ ਬਾਪ ਦੇ ਬਣੇ ਹਾਂ। ਉਹਨਾਂ ਤੋਂ ਸਾਨੂੰ ਸਵਰਗ ਦਾ ਵਰਸਾ ਮਿਲਦਾ ਹੈ। ਇਹ ਚੰਗੀ ਤਰ੍ਹਾਂ ਪਰਿਚੈ ਦੇਣਾ ਹੈ ਅਤੇ ਫਿਰ ਲਿਖਾ ਕੇ ਲੈਣਾ ਹੈ। ਸਾਨੂੰ ਬੇਹੱਦ ਬਾਪ ਤੇ ਬੇਹੱਦ ਦਾ ਵਰਸਾ ਮਿਲਦਾ ਹੈ। ਇਹ ਗਿਆਨ ਹੋਰ ਕੋਈ ਦੇ ਨਹੀਂ ਸਕਦਾ। ਸੰਨਿਆਸੀ ਤਾਂ ਘਰ-ਬਾਰ ਛੱਡ ਜਾਂਦੇ ਹੈ। ਉਹ ਫਿਰ ਮਾਂ ਬਾਪ ਚਾਚਾ ਮਾਮਾ ਆਦਿ ਕਹਾਣ ਤੋਂ ਨਿਕਲ ਗਏ ਖਲਾਸ। ਇੱਥੇ ਤਾਂ ਕ੍ਰਸਤ ਧਰਮ ਦੀ ਗੱਲ ਹੈ। ਇਹ ਕ੍ਰਸਤ ਧਰਮ ਦਾ ਤਿਆਗ ਕਰਦੇ ਹੈ। ਤੁਸੀਂ ਬੱਚਿਆਂ ਨੂੰ ਬਾਪ ਸਮਝਾਉਂਦੇ ਹੈ। ਤੁਸੀਂ ਸੋ ਦੇਵੀ ਦੇਵਤਾ ਕ੍ਰਸਤ ਧਰਮ ਵਿੱਚ ਸੀ। ਸਰਵ ਗੁਣ ਸੰਪੰਨ ਸੰਪੂਰਨ ਨਿਰਵਿਕਾਰੀ ਸੀ
ਅਤੇ ਤੁਸੀਂ ਸਵਰਗ ਦੇ ਮਾਲਿਕ ਵੀ ਸੀ। ਫਿਰ ਪੂਜਿਆ ਤੋਂ ਤੁਸੀਂ ਪੁਜਾਰੀ ਬਣ ਆਪਣੀ ਪੂਜਾ ਵੀ ਕਰਦੇ ਹੈ। ਜਦੋਂ ਤੁਸੀਂ ਪੂਜਿਆ ਸੋ ਦੇਵੀ ਦੇਵਤਾ ਹੈ ਤਾਂ ਤੁਹਾਨੂੰ ਉੱਥੇ ਪੂਜਾ ਕਰਨ ਦੀ ਲੋੜ ਨਹੀਂ ਹੈ। ਉਵੇਂ ਹੀ ਭਾਰਤ ਦੇਵੀ ਦੇਵਤਿਆਂ ਦਾ ਪੂਜਿਆ ਕੁਲ ਸੀ, ਹੁਣ ਪੂਜਿਆ ਤੋਂ ਪੁਜਾਰੀ ਬਣੇ ਹੈ। ਫਿਰ ਤੁਸੀਂ ਬੱਚਿਆਂ ਨੂੰ ਪੁਜਾਰੀ ਤੋਂ ਪੂਜਿਆ ਦੇਵੀ ਦੇਵਤਾ ਬਣਨਾ ਹੈ। ਇਸ ਲਈ ਹੀ ਗਾਇਆ ਜਾਂਦਾ ਹੈ, ਆਪੇ ਹੀ ਪੂਜਿਆ ਆਪੇ ਹੀ ਪੁਜਾਰੀ। ਬਾਪ ਪੂਜਿਆ ਅਤੇ ਪੁਜਾਰੀ ਨਹੀਂ ਬਣਦੇ, ਬਾਪ ਤੇ ਸਦਾ ਪੂਜਿਆ ਹੈ ਹੀ। ਭਗਤੀ ਮਾਰਗ ਵਿੱਚ ਬ੍ਰਾਹਮਣ ਲੋਕ ਮੰਦਿਰ ਵਿੱਚ ਸ਼ਿਵਲਿੰਗ ਰੱਖਦੇ ਹੈ, ਫਿਰ ਬਾਪ ਹੀ ਬੈਠ ਪੂਜਾ ਕਰਦੇ ਹੈ। ਅਸੀਂ ਉਹਨਾਂ ਦੇ ਬੱਚੇ ਹਾਂ। ਹੇ ਪਰਮ ਪਿਤਾ ਪਰਮਾਤਮਾ, ਇਵੇਂ ਕਹਿਣਗੇ ਨਾ, ਇਹ ਤੇ ਹੈ ਨਿਰਾਕਾਰ, ਆਤਮਾ ਵੀ ਹੈ ਨਿਰਾਕਾਰ। ਸ਼ਿਵ ਦੇ ਕੋਲ ਜਾਂਦੇ ਹੈ ਤਾਂ ਕਹਿੰਦੇ ਹੈ ਪਰਮ ਪਿਤਾ ਪਰਮਾਤਮਾ ਨਿਰਾਕਾਰ ਸ਼ਿਵ। ਇਹ ਆਤਮਾ ਨੇ ਕਿਹਾ ਇਹਨਾਂ ਆਰਗਨਸ ਦੁਆਰਾ। ਹੁਣ ਤੁਸੀਂ ਬੱਚੇ ਇਹ ਵੀ ਜਾਣ ਗਏ ਹੋ ਕਿ ਜੋ ਚੰਗੇ ਕਰਤੱਵ ਕਰਕੇ ਜਾਂਦੇ ਹੈ ਤਾਂ ਉਹਨਾਂ ਦੀ ਮਹਿਮਾ ਕੀਤੀ ਜਾਂਦੀ ਹੈ। ਹੁਣ ਤੁਸੀਂ ਮਾਤ ਪਿਤਾ ਉਸ ਨਿਰਾਕਾਰ ਨੂੰ ਹੀ ਕਹਿੰਦੇ ਹੈ। ਤੁਹਾਡੇ ਸਹਿਜ ਰਾਜਯੋਗ ਅਤੇ ਗਿਆਨ ਦੀ ਸਿੱਖਿਆ ਨਾਲ ਅਸੀਂ ਸੁਖ ਘਨੇਰੇ ਪਾਵਾਂਗੇ। ਉਸ ਦੇ ਲਈ ਤੁਸੀਂ ਪੁਰਸ਼ਾਰਥ ਕਰ ਰਹੇ ਹੋ। ਕਿੰਨੀ ਸਹਿਜ ਗੱਲ ਹੈ। ਤੁਸੀਂ ਪ੍ਰਜਾਪਿਤਾ ਬ੍ਰਹਮਾ ਦੇ ਬੱਚੇ BK ਪ੍ਰੈਕਟੀਕਲ ਵਿੱਚ ਹੋ, ਸਨਮੁਖ ਬੈਠੇ ਹੋ। ਸ਼ਿਵ ਬਾਬਾ ਅਤੇ ਬ੍ਰਹਮਾ ਬਾਬਾ ਦੋਵਾਂ ਦੇ ਸਾਹਮਣੇ ਹੈ। ਸ਼ਿਵ ਬਾਬਾ ਨੂੰ ਆਪਣਿਆਂ ਸਰੀਰ ਤੇ ਹੈ ਨਹੀਂ। ਤੁਸੀਂ ਜਾਣਦੇ ਹੋ ਸ਼ਿਵ ਬਾਬਾ ਇਹਨਾਂ ਦੇ ਮੁਖ ਦੁਆਰਾ ਰਾਜਯੋਗ ਸਿਖਲਾ ਰਹੇ ਹੈ। ਸ਼੍ਰੀ ਕ੍ਰਿਸ਼ਨ ਤੇ ਛੋਟਾ ਬੱਚਾ ਹੈ, ਉਹ ਕਿਵੇਂ ਕਹੇਗਾ ਕਿ ਦੇਹ ਸਹਿਤ ਦੇਹ ਦੇ ਸਾਰੇ ਸੰਬੰਧਾਂ ਨੂੰ ਭੁੱਲੋ, ਆਪਣੇ ਨੂੰ ਆਤਮਾ ਸਮਝੋ। ਇਹ ਸ਼੍ਰੀ ਕ੍ਰਿਸ਼ਨ ਤੇ ਕਹਿ ਨਹੀਂ ਸਕਦਾ, ਇਹ ਤਾਂ ਬਾਪ ਹੀ ਕਹਿ ਸਕਦੇ ਹੈ। ਇਹ ਬੜੀ ਭੁੱਲ ਹੋਈ ਹੈ ਨਾ। ਲక్ష్ਮੀ ਨਾਰਾਇਣ ਤੋਂ ਲੈ ਕੇ ਜਿਵੇਂ ਰਾਜਾ ਰਾਣੀ ਉਵੇਂ ਪ੍ਰਜਾ, ਉਹਨਾਂ ਸਭਨਾਂ ਨੂੰ ਤੇ ਸੁੱਖ ਮਿਲਿਆ ਹੋਇਆ ਸੀ। ਉਹੀ ਸਭ 84 ਜਨਮ ਲੈ ਤਮੋ ਪ੍ਰਧਾਨ ਬਣੇ ਹੈ। ਮੂਲ ਲక్ష్ਮੀ ਨਾਰਾਇਣ ਹੋਏ ਨਾ, ਜਿਵੇਂ ਰਾਜਾ ਰਾਣੀ ਉਵੇਂ ਪ੍ਰਜਾ। ਹੁਣ ਫਿਰ ਤੁਸੀਂ ਆ ਕੇ ਸ਼ੂਦਰ ਤੋਂ ਬ੍ਰਾਹਮਣ ਬਣੇ ਹੈ। ਇਹ ਤੁਹਾਡਾ ਲੀਪ ਜਨਮ ਹੈ। ਲੀਪ ਕਿਹਾ ਜਾਂਦਾ ਹੈ ਧਰਮਾਊ ਨੂੰ। ਤੁਸੀਂ ਜਾਣਦੇ ਹੋ ਸਾਡਾ ਇਹ ਈਸ਼ਵਰੀय ਜਨਮ ਹੈ। ਦਿਨ ਪ੍ਰਤੀ ਦਿਨ ਬਾਬਾ ਨਵੇਂ-ਨਵੇਂ ਪੁਆਇੰਟਸ ਸਮਝਾਉਂਦੇ ਰਹਿੰਦੇ ਹੈ। ਪੁਆਇੰਟ ਨਿਕਲਦੇ ਰਹਿਣਗੇ, ਐਡ ਹੁੰਦੇ ਜਾਣਗੇ। ਗਿਆਨ ਯੱਗ ਵੀ ਅੰਤ ਤੱਕ ਚੱਲਣਾ ਹੈ। ਰੁਦਰ ਜਗ ਰਚਦੇ ਹੈ, ਮਿੱਟੀ ਦੇ ਸਾਲੀਗ੍ਰਾਮ ਬਣਾ ਕੇ ਉਹਨਾਂ ਦੀ ਬੈਠ ਪੂਜਾ ਕਰਦੇ ਹੈ। ਆਤਮਾ ਦੀ ਪੂਜਾ ਹੁੰਦੀ ਹੈ। ਤੁਸੀਂ ਜੀਵ ਆਤਮਾ ਨੇ ਹੀ ਭਾਰਤ ਨੂੰ ਸਰਤਾਜ ਬਣਾਇਆ ਹੈ ਤਾਂ ਆਤਮਾ ਦੀ ਪੂਜਾ ਕਰਦੇ ਹੈ। ਪਰਮ ਪਿਤਾ ਪਰਮਾਤਮਾ ਬਾਪ ਦੇ ਨਾਲ ਤੁਸੀਂ ਵੀ ਸਰਵਿਸ ਕਰ ਰਹੇ ਹੋ ਤਾਂ ਸ਼ਿਵਲਿੰਗ ਦੇ ਨਾਲ ਸਾਲੀਗ੍ਰਾਮ ਵੀ ਬਣਦੇ ਹੋ। ਤਾਂ ਮੁੱਖ ਪਹਿਲੇ ਬਾਪ ਦਾ ਪਰਿਚੈ ਦੇਣਾ ਹੈ। ਸ਼ਿਵ ਬਾਬਾ ਨੇ ਜਨਮ ਲਿਆ ਪਰ ਮਾਤਾ ਦੇ ਗਰਭ ਤੋਂ ਥੋੜੀ ਨਾ ਜਨਮ ਲੈਂਦੇ ਹੈ। ਉਹ ਹੈ ਹੀ ਨਿਰਾਕਾਰ। ਜਿਵੇਂ ਕੋਈ ਸਰੀਰ ਛੱਡ ਦਿੰਦਾ ਹੈ ਫਿਰ ਉਹਨਾਂ ਦੀ ਆਤਮਾ ਨੂੰ ਬੁਲਾਉਂਦੇ ਹੈ ਸ਼ਰਾਧ ਖਾਣ ਦੇ ਲਈ, ਤਾਂ ਆਤਮਾ ਨੂੰ ਖਵਾਉਂਦੇ ਹੈ ਨਾ। ਆਤਮਾ ਹੀ ਸਵਾਦ ਲੈਂਦੀ ਹੈ। ਕੜਵਾ ਮਿੱਠਾ ਦੁੱਖ ਸੁੱਖ ਇਹ ਆਤਮਾ ਨੂੰ ਭਾਸਦਾ ਹੈ। ਆਤਮਾ ਵਿੱਚ ਹੀ ਸੰਸਕਾਰ ਹੈ। ਆਤਮਾ ਨੂੰ ਸੁੱਖ ਜਾਂ ਦੁੱਖ ਤਾਂ ਭਾਸਦਾ ਹੈ ਜਦ ਕਿ ਸਰੀਰ ਹੈ। ਬਾਬਾ ਨੇ ਸਮਝਾਇਆ ਹੈ ਸਜ਼ਾ ਕਿਵੇਂ ਮਿਲਦੀ ਹੈ। ਸੂਖਸ਼ਮ ਸਰੀਰ ਵੀ ਨਹੀਂ, ਸਥੂਲ ਸਰੀਰ ਧਾਰਨ ਕਰਵਾ ਕੇ ਸਜ਼ਾ ਦਿੰਦੇ ਹੈ। ਗਰਭ ਜੇਲ੍ਹ ਵਿੱਚ ਸਜ਼ਾ ਖਾਂਦੇ ਹੈ, ਤਰਾਹੀ ਕਰਦੇ ਹੈ। ਬਸ ਮੈਨੂੰ ਬਾਹਰ ਕੱਢੋ। ਗਰਭ ਮਹਿਲ ਦਾ ਵੀ ਮਿਸਾਲ ਦਿੱਤਾ ਹੋਇਆ ਹੈ। ਬਾਹਰ ਨਿਕਲਣਾ ਨਹੀਂ ਚਾਹੁੰਦੇ ਹੈ। ਇਹ ਦ੍ਰਿਸ਼ਟਾਂਤ ਹੈ। ਸਤਯੁਗ ਵਿੱਚ ਗਰਭ ਵੀ ਮਹਿਲ ਬਣ ਜਾਂਦਾ ਹੈ। ਉੱਥੇ ਕੋਈ ਪਾਪ ਹੁੰਦਾ ਨਹੀਂ। ਹੁਣ ਤੁਸੀਂ ਜਾਣਦੇ ਹੋ ਪਾਤਿਤ ਕਿਵੇਂ ਹੋਏ ਹੈ। ਨਾਮ ਹੀ ਹੈ ਅਜਾਮਲ ਜਿਹੇ ਪਾਤਿਤ, ਬਹੁਤ ਪਾਪ ਕਰਦੇ ਹੈ। ਪਾਵਨ ਮਾਨਾ ਨਿਰਵਿਕਾਰੀ, ਮੂਲ ਗੱਲ ਹੀ ਵਿਕਾਰ ਦੀ ਹੈ। ਇਸ ਲਈ ਪਾਵਨ ਬਣਨ ਦੇ ਲਈ ਸੰਨਿਆਸੀ ਘਰ-ਬਾਰ ਛੱਡ ਦਿੰਦੇ ਹੈ ਤਾਂ ਉਹਨਾਂ ਨੂੰ ਮਹਾਤਮਾ ਕਹਿੰਦੇ ਹੈ। ਮਨੁੱਖ ਸਾਰੇ ਪਾਤਿਤ ਹੈ, ਇਸ ਲਈ ਗਾਉਂਦੇ ਰਹਿੰਦੇ ਹੈ ਪਾਤਿਤ ਪਾਵਨ ਸੀਤਾ ਰਾਮ, ਰਘੁਪਤੀ ਰਾਘਵ ਰਾਜਾ ਰਾਮ। ਹੁਣ ਰਾਜਾ ਰਾਮ ਤਾਂ ਸ਼ਿਵ ਬਾਬਾ ਨੂੰ ਕਹਾਂਗੇ, ਰਾਮ ਪਰਮ ਪਿਤਾ ਪਰਮਾਤਮਾ ਨੂੰ ਕਿਹਾ ਜਾਂਦਾ ਹੈ, ਰਾਜਾ ਰਾਮ ਨਹੀਂ। ਮੈਂ ਤਾਂ ਰਾਜਾ ਮਹਾਰਾਜਾ ਬੰਦਾ ਨਹੀਂ ਹਾਂ। ਸ਼੍ਰੀ ਲక్ష్ਮੀ ਮਹਾਰਾਣੀ ਨਾਰਾਇਣ ਮਹਾਰਾਜਾ ਤੁਸੀਂ ਬੰਦੇ ਹੋ, ਅਸੀਂ ਨਹੀਂ। ਮੈਂ ਤਾਂ ਨਿਰਾਕਾਰ ਪੁਨਰ ਜਨਮ ਰਹਿਤ ਹਾਂ। ਸਰੀਰਧਾਰੀ ਜੋ ਹੈ
ਉਹ ਪੁਨਰ ਜਨਮ ਲੈਂਦੇ ਰਹਿੰਦੇ ਹੈ। ਬਾਪ ਕਹਿੰਦੇ ਹੈ ਮੈਂ ਹਾਂ ਨਿਰਾਕਾਰ, ਮੈਨੂੰ ਵੀ ਪ੍ਰਕਿਰਤੀ ਦਾ ਆਧਾਰ ਲੈਣਾ ਪੈਂਦਾ ਹੈ। ਮੈਂ ਗਰਭ ਵਿੱਚ ਪ੍ਰਵੇਸ਼ ਨਹੀਂ ਕਰਦਾ ਹਾਂ, ਮੈਂ ਇਹਨਾਂ ਵਿੱਚ ਪ੍ਰਵੇਸ਼ ਕਰਦਾ ਹਾਂ। ਇਹ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੈ। ਬਾਪ ਬੈਠ ਸਮਝਾਉਂਦੇ ਹੈ ਤੁਸੀਂ ਸੋ ਦੇਵੀ ਦੇਵਤਾ ਸੀ, ਫਿਰ ਸ਼ੂਦਰ ਬਣੇ ਹੈ, ਤੁਸੀਂ ਸੋ ਬ੍ਰਾਹਮਣ ਬਣੇ ਹੈ। ਮੈਂ ਤੁਹਾਨੂੰ ਸਮਝਾਉਂਦਾ ਹਾਂ ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ। ਜੋ ਬ੍ਰਾਹਮਣ ਬਣਨਗੇ ਉਹੀ ਆ ਕੇ ਸਮਝਣਗੇ। ਬਾਪ ਕਹਿੰਦੇ ਹੈ ਇਸ ਤਰ੍ਹਾਂ ਤੁਸੀਂ 84 ਜਨਮ ਪੂਰੇ ਕੀਤੇ ਹੈ। ਕਿਹਾ ਜਾਂਦਾ ਹੈ 21 ਪੀੜ੍ਹੀ ਦਾ ਵਰਸਾ। ਬੇਹੱਦ ਦਾ ਬਾਪ ਬੇਹੱਦ ਸੁੱਖ ਦਾ ਵਰਸਾ ਦੇਣਗੇ ਨਾ। ਲੌਕਿਕ ਬਾਪ ਤੋਂ ਤਾਂ ਅਲਪਕਾਲ ਦਾ ਸੁੱਖ ਮਿਲਦਾ ਹੈ। ਅਮਰ ਲੋਕ ਵਿੱਚ ਆਦਿ ਮੱਧਿਅੰਤ ਸੁੱਖ ਹੈ, ਇੱਥੇ ਆਦਿ ਮੱਧਿਅੰਤ ਦੁੱਖ ਹੈ। ਤੁਸੀਂ ਪਾਰਵਤੀਆਂ ਨੂੰ ਅਮਰ ਕਥਾ ਸ਼ਿਵ ਬਾਬਾ ਅਮਰ ਕਥਾ ਸੁਣਾਉਂਦੇ ਹੈ। ਸਤ ਨਾਰਾਇਣ ਦੀ ਕਥਾ ਵੀ ਉਹ ਸੁਣਾਉਂਦੇ ਹੈ। ਗਿਆਨ ਦਾ ਤੀਸਰਾ ਨੇਤਰ ਦੇਣ ਦੀ ਕਥਾ ਹੈ। ਭਾਰਤ ਵਾਸੀ ਸਦਾ ਸੁਖੀ ਸੀ, ਬਹੁਤ ਪਵਿੱਤਰ ਸੀ। ਪਵਿੱਤਰਤਾ ਹੈਲਥ ਵੈਲਥ ਸੀ। ਕਦੇ ਕੋਈ ਬਿਮਾਰ ਨਹੀਂ ਪੈਂਦਾ ਸੀ। ਨਾ ਹੀ ਹੈ ਸਵਰਗ। ਭਾਰਤ ਪ੍ਰਾਚੀਨ ਸਵਰਗ ਸੀ। ਹੋਰ ਕੋਈ ਧਰਮ ਖੰਡ ਆਦਿ ਉੱਥੇ ਨਹੀਂ ਹੈ। ਝਾੜ ਦਾ ਥੁਰ ਤਾਂ ਹੋਵੇਗਾ ਨਾ, ਥੁਰ ਵਿੱਚ ਕੌਣ ਕਹਿੰਦਾ ਹੈ। ਬਰੋਬਰ ਦੇਵੀ ਦੇਵਤਾਂ ਦਾ ਚਰਿੱਤਰ ਹੈ, ਉਹਦੀ ਫਾਊਂਡੇਸ਼ਨ। ਪਰੰਤੂ ਆਪਣੇ ਨੂੰ ਦੇਵੀ ਦੇਵਤਾ ਧਰਮ ਤੇ ਕਹਾਉਂਦੇ ਨਹੀਂ। ਹੁਣ ਉਹਨਾਂ ਦੀ ਰਾਜਧਾਨੀ ਸਥਾਪਨ ਹੋ ਰਹੀ ਹੈ। ਤੁਸੀਂ ਸਤਯੁਗ ਦਾ ਰਾਧੇ ਕ੍ਰਿਸ਼ਨ ਦਾ ਜੋੜਾ ਬਣਾ ਸਕਦੇ ਹੈ। ਆਓ ਤੇ ਅਸੀਂ ਤੁਹਾਨੂੰ ਸਮਝਾਈਏ ਤੁਸੀਂ ਸੱਚ ਸੱਚ ਸਵਰਗ ਦਾ ਪ੍ਰਿੰਸ ਕਿਵੇਂ ਬਣ ਸਕਦੇ ਹੋ। ਇਸ ਵੇਲੇ ਤਾਂ ਸਾਰੇ ਪਤਿਤ ਹੈ, ਕਿਸੇ ਵੀ ਯੁਕਤੀ ਨਾਲ ਲਿਖ ਸਕਦੇ ਹੈ। ਕਹਿੰਦੇ ਹੈ ਸਭ ਧਰਮ ਮਿਲ ਕੇ ਇੱਕ ਹੋ ਜਾਣ, ਪਰੰਤੂ ਇਹ ਕਿਵੇਂ ਹੋ ਸਕਦਾ ਹੈ। ਇੱਕ ਧਰਮ ਦਾ ਸਤਯੁਗ ਹੀ ਸੀ, ਇੱਕ ਮਤ ਇੱਕ ਭਾਸ਼ਾ ਸੀ, ਤਾਲੀ ਨਹੀਂ ਵੱਜਦੀ ਸੀ, ਵਿਸ਼ਵ ਦੇ ਮਾਲਿਕ ਸੀ, ਹੋਰ ਕੋਈ ਧਰਮ ਨਹੀਂ ਸੀ। ਉਹ ਕਿਵੇਂ ਬਣੇ, ਫਿਰ ਹੋਰ ਧਰਮ ਕਿਵੇਂ ਆਣ ਇਹ ਕੋਈ ਵੀ ਬੁੱਧੀ ਨਹੀਂ ਚਲਾਉਂਦੇ ਹੈ। ਜਦੋਂ ਬਿਲਕੁਲ ਹੀ ਪਾਤਿਤ ਬਣ ਜਾਂਦੇ ਹੈ ਤਾਂ ਹੀ ਪਾਤਿਤ ਪਾਵਨ ਬਾਪ ਆਉਂਦੇ ਹੈ। ਹੋਰ ਧਰਮਾਂ ਦੀਆਂ ਪਾਵਨ ਆਤਮਾਵਾਂ ਉੱਪਰ ਤੋਂ ਆਉਂਦੀਆਂ ਹੈ। ਪਹਿਲੇ ਧਰਮ ਸਥਾਪਕ ਖੁਦ ਆਉਂਦੇ ਹੈ, ਫਿਰ ਆਪਣੇ ਪਿੱਛੋਂ ਹੋਰਨਾਂ ਨੂੰ ਬੁਲਾਉਂਦੇ ਹੈ। ਆਓ ਉਹਨਾਂ ਨੂੰ ਤੇ ਸਤੋ ਰਜੋ ਤਮੋ ਵਿੱਚ ਆਉਣਾ ਹੈ। ਜੋ ਵੀ ਆਉਂਦੇ ਹੈ ਸਭ ਨੂੰ ਸਤੋ ਰਜੋ ਤਮੋ ਬਣਨਾ ਹੀ ਹੈ। ਲੇਕਿਨ ਹੁਣ ਤੁਸੀਂ ਪਾਤਿਤ ਤੋਂ ਪਾਵਨ ਬਣਦੇ ਹੈ। ਸਭ ਬੁਲਾਉਂਦੇ ਹੈ ਗॉड ਫਾਦਰ ਆਓ, ਆ ਕਰਕੇ ਸਾਨੂੰ ਹੈਵਨ ਵਿੱਚ ਲੈ ਜਾਵੋ। ਉਹ ਹੈਵਨ ਕੋਈ ਮੁਕਤੀ ਨੂੰ, ਕੋਈ ਜੀਵਨ ਮੁਕਤੀ ਨੂੰ ਸਮਝਦੇ ਹੈ। ਤੁਸੀਂ ਸਮਝਦੇ ਹੈ ਹੈਵਨ ਜੀਵਨ ਮੁਕਤੀ ਨੂੰ ਕਿਹਾ ਜਾਂਦਾ ਹੈ। ਤੁਹਾਡਾ ਸੈਪਲਿੰਗ ਲੱਗ ਰਿਹਾ ਹੈ, ਉਹ ਫਿਰ ਜੰਗਲ ਦੇ ਕੰਢਿਆਂ ਦਾ ਸੈਪਲਿੰਗ ਲਗਾ ਰਹੇ ਹੈ। ਰਾਤ ਦਿਨ ਦਾ ਫਰਕ ਹੈ। ਉਹਨਾਂ ਦਾ ਵੀ ਉਤਸਵ ਮਨਾਉਂਦੇ ਹੈ। ਬਣੋ ਉਤਸਵ, ਝਾੜ ਲਗਾਉਣ ਦੇ ਲਈ ਉਤਸਵ ਮਨਾਉਂਦੇ ਹੈ। ਤੁਸੀਂ ਦੇਵੀ ਧਰਮ ਦਾ ਪੁਰਸ਼ਾਰਥ ਕਰਦੇ ਹੋ। ਕੰਡਿਆਂ ਤੋਂ ਫੁੱਲ ਬਣਾਉਣਾ ਇਹ ਤੁਹਾਡਾ ਰੋਜ਼ ਦਾ ਉਤਸਵ ਹੁੰਦਾ ਹੈ। ਬਾਗਵਾਨ ਫਿਰ ਇਤਨਾ ਇਨਾਮ ਵੀ ਦੇਣਗੇ। ਬੱਚਿਆਂ ਨੇ ਗੀਤ ਸੁਣਿਆ, ਹੇ ਪ੍ਰਾਣੀ ਆਪਣੇ ਦਿਲ ਦਰਪਣ ਵਿੱਚ ਵੇਖੋ, ਤੁਸੀਂ ਸਵਰਗ ਦੇ ਦੇਵੀ ਦੇਵਤਾ ਬਣ ਅਤੇ ਲక్ష్ਮੀ ਨੂੰ ਵਰਣ ਦੇ ਲਾਇਕ ਬਣੇ ਹੋ। ਕੋਈ ਅਵਗੁਣ ਤੇ ਨਹੀਂ ਹੈ। ਭਾਵੇਂ ਤੂਫਾਨ ਤਾਂ ਖੂਬ ਆਉਣਗੇ, ਮਾਇਆ ਛੱਡਦੀ ਕਿਸੇ ਨੂੰ ਨਹੀਂ ਹੈ। ਵੱਡੇ ਵੱਡੇ ਦੀਵਿਆਂ ਨੂੰ ਵੀ ਬੁਝਾ ਦਿੰਦੀ ਹੈ। ਉਲਟੇ ਸੁਲਟੇ ਸੰਕਲਪ ਤਾਂ ਖੂਬ ਵਾਰ ਕਰਨਗੇ। ਮਜ਼ਬੂਤ ਰਹਿਣਾ ਹੈ, ਇਸ ਵਿੱਚ ਮੁਰਝਾਉਣ ਦੀ ਗੱਲ ਨਹੀਂ ਹੈ। ਬਾਪ ਨਾਲ ਜੋਗ ਤੋੜ ਨਹੀਂ ਦੇਣਾ ਹੈ। ਸਭ ਤਾਂ ਖਵਈਆ ਉਹ ਬਾਪ ਹੈ। ਵਿਸ਼ ਵੈਤਰਣੀ ਦੀ ਵੱਡੀ ਖਾੜੀ ਹੈ, ਉਸ ਨੂੰ ਤੁਸੀਂ ਯੋਗ ਬਲ ਨਾਲ ਪਾਰ ਕਰਦੇ ਹੋ। ਵਿਸ਼ ਸਾਗਰ ਤੋਂ ਪਾਰ ਹੋ ਕੇ ਤੁਸੀਂ ਸ਼ਿਰ ਸਾਗਰ ਵਿੱਚ ਚਲੇ ਜਾਓਗੇ। ਵਿਸ਼ਨੂੰ ਦਾ ਰਾਜ ਸ਼ਿਰ ਸਾਗਰ ਵਿੱਚ ਹੈ, ਮਤਲਬ ਘੀ ਦੀ ਨਦੀਆਂ ਵਗਦੀ ਹੈ। ਇੱਥੇ ਤਾਂ ਘਾਸ ਲੇਟ ਦੀ ਖੂਨ ਦੀਆਂ ਨਦੀਆਂ ਵਗਦੀਆਂ ਹੈ। ਬਾਬਾ ਕਹਿੰਦੇ ਨੇ ਤੁਸੀਂ ਬੱਚੇ ਜਾਣਦੇ ਹੋ ਸ਼ਿਵ ਬਾਬਾ ਦੀ ਸ਼੍ਰੀਮਤ ਨਾਲ ਅਸੀਂ ਸ਼ਿਵਾਲਿਆ ਵਿੱਚ ਜਾ ਰਹੇ ਹਾਂ, ਜਿੱਥੇ ਅਸੀਂ ਸਦਾ ਸੁਖੀ ਰਹਾਂਗੇ। ਮਾਇਆ ਨੇ ਦੁਖੀ ਬਣਾਇਆ ਹੈ, ਗ੍ਰਹਸਥ ਵਿਵਹਾਰ ਨੂੰ ਅਧਰਮੀ ਬਣਾ ਦਿੱਤਾ ਹੈ। ਉੱਥੇ ਹੈ ਗ੍ਰਹਸਥ ਵਿਵਹਾਰ ਧਰਮੀ। ਹੁਣ ਬਾਪ ਤੁਹਾਨੂੰ ਸ੍ਰੇਸ਼ਟਾਚਾਰੀ ਦੇਵੀ ਗ੍ਰਹਸਥ ਧਰਮ ਨਾਲ ਬੜਾ ਬਣਾ ਰਹੇ ਹੈ। ਪਹਿਲੇ ਮੁੱਖ ਹੈ ਬਾਪ ਦਾ ਪ੍ਰਿਚਯ। ਤੁਸੀਂ ਬਾਪ ਦਾ ਬਣਨਾ ਸਵਰਗ ਦੇ ਮਾਲਿਕ ਬਣ ਸਕਦੇ ਹੋ। ਇਹ ਤਾਂ ਦੁੱਖ ਧਾਮ ਹੈ। ਤੁਸੀਂ ਸਵਰਗ ਵਿੱਚ ਜਾਂਦੇ ਹੋ ਵਾਇਆ ਮੁਕਤੀ ਧਾਮ। ਇਸ ਲਈ ਸ਼ਿਵਪੁਰੀ ਵਿਸ਼ਨੂਪੁਰੀ ਨੂੰ ਯਾਦ ਕਰੋ।
ਯਾਦ ਕਰਦੇ ਕਰਦੇ ਅੰਤਮਤੀ ਸੋ ਗਤੀ ਹੋ ਜਾਏਗੀ। ਇਹ ਯਾਦ ਰੱਖੋ, ਸਾਡੇ 84 ਜਨਮ ਪੂਰੇ ਹੋਏ, ਫਿਰ ਅਸੀਂ ਕੱਲ ਆ ਕੇ ਰਾਜ ਕਰਾਂਗੇ। ਦਿਲ ਦਰਪਣ ਵਿੱਚ ਆਪਣੀ ਸ਼ਕਲ ਵੇਖਦੇ ਰਹੋ, ਕੋਈ ਅਵਗੁਣ ਤੇ ਸਾਡੇ ਵਿੱਚ ਨਹੀਂ ਹੈ। ਅੱਛਾ, ਮਿੱਠੇ ਮਿੱਠੇ ਸਿੱਕੇ ਲਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਨੰਬਰ 1 ਪਰ ਯੋਗ ਬਲ ਨਾਲ ਵਿਸ਼ ਬੈਤਰਣੀ ਦੀ ਵੱਡੀ ਖਾੜੀ ਨੂੰ ਪਾਰ ਕਰਨਾ ਹੈ। ਉਲਟੇ ਸੰਕਲਪਾਂ ਵਿੱਚ ਮੁਰਝਾਣਾ ਨਹੀਂ ਹੈ, ਮਜ਼ਬੂਤ ਰਹਿਣਾ ਹੈ। ਨੰਬਰ 2 ਪੂਜਨੀਆ ਵਰਣ ਦੇ ਲਈ ਬਾਪ ਦੇ ਨਾਲ ਭਾਰਤ ਨੂੰ ਸਰਤਾਜ ਬਣਾਉਣ ਦੀ ਸੇਵਾ ਕਰਨੀ ਹੈ। ਵਰਦਾਨ ਹੈ ਅੱਜ ਦਾ, ਟਰਸਟੀ ਬਣਨ ਲੌਕਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਅਥਕ ਰਹਿਣ ਵਾਲੇ ਡਬਲ ਲਾਈਟ ਭਵ। ਟਰਸਟੀ ਬਣ ਲੌਕਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਅਥਕ ਰਹਿਣ ਵਾਲੇ ਡਬਲ ਲਾਈਟ ਭਵ। ਆਜ ਬਾਬਾ ਆਖਦੇ ਨੇ, ਲੌਕਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਸੇਵਾ ਦੀ ਵੀ ਜ਼ਿੰਮੇਵਾਰੀ ਨਿਭਾਉਣਾ, ਇਸ ਦਾ ਡਬਲ ਲਾਭ ਮਿਲਦਾ ਹੈ। ਡਬਲ ਜ਼ਿੰਮੇਵਾਰੀ ਹੈ ਤਾਂ ਡਬਲ ਪ੍ਰਾਪਤੀ ਹੈ, ਲੇਕਿਨ ਡਬਲ ਜ਼ਿੰਮੇਵਾਰੀ ਹੁੰਦੇ ਵੀ ਡਬਲ ਲਾਈਟ ਰਹਿਣ ਦੇ ਲਈ ਖੁਦ ਨੂੰ ਟਰਸਟੀ ਸਮਝ ਕੇ ਜ਼ਿੰਮੇਵਾਰੀ ਸੰਭਾਲੋ ਤਾਂ ਥਕਾਵਟ ਦਾ ਅਨੁਭਵ ਨਹੀਂ ਹੋਵੇਗਾ। ਜੋ ਆਪਣੀ ਗ੍ਰਸਤੀ ਆਪਣੀ ਪ੍ਰਵਿਰਤੀ ਸਮਝਦੇ ਹੈ, ਉਹਨਾਂ ਨੂੰ ਬੋਝ ਦਾ ਅਨੁਭਵ ਹੁੰਦਾ ਹੈ। ਆਪਣਾ ਹੈ ਹੀ ਨਹੀਂ ਤਾਂ ਬੋਝ ਕਿਸ ਗੱਲ ਦਾ। ਸਲੋਗਨ ਅੱਜ ਦਾ, ਸਦਾ ਗਿਆਨ ਸੂਰਜ ਦੇ ਸਨਮੁਖ ਰਹੋ ਤਾਂ ਭਾਗ ਰੂਪੀ ਪਰਛਾਈ ਤੁਹਾਡੇ ਨਾਲ ਰਹੇਗੀ। ਸਦਾ ਗਿਆਨ ਸੂਰਜ ਦੇ ਸਨਮੁਖ ਰਹੋ ਤਾਂ ਭਾਗ ਰੂਪੀ ਪਰਛਾਈ ਤੁਹਾਡੇ ਨਾਲ ਰਹੇਗੀ। ਅੱਛਾ, ਓਮ ਸ਼ਾਂਤੀ।